ਸਰਕਾਰ ਨੂੰ ਬਾਬਾ ਜਰਨੈਲ ਸਿੰਘ ਦੀਆਂ ਤਸਵੀਰਾਂ ਤੋਂ ਵੀ ਬੈਨ ਹੈ ਜਾਂ ਇਹਨਾਂ ਸਰਕਾਰਾਂ ਦੇ ਉੱਪਰ ਕੋਈ ਹੋਰ ਕੁੰਡਾ ਆ ਜਿਹਦੇ ਕਰਕੇ ਸਰਕਾਰਾਂ ਨੇ ਇਹੋ ਜਿਹੇ ਜਿਹੜੇ ਆ ਉਹ ਐਲਾਨ ਕਰ ਦਿੱਤੇ ਵੀ ਤਸਵੀਰਾਂ ਜਿਹੜੀਆਂ ਉਹ ਬੱਸਾਂ ਦੇ ਵਿੱਚ ਕਿਸੇ ਵੀ ਅਦਾਰੇ ਦੇ ਵਿੱਚ ਸਰਕਾਰੀ ਮਹਿਕਮੇ ਦੇ ਵਿੱਚ ਨਹੀਂ ਦਿਸਣੀਆਂ ਚਾਹੀਦੀਆਂ। ਪਰ ਅੱਜ ਬਹੁਤ ਮੇਰੀ ਏਜ ਦੇ ਬੱਚੇ ਇੱਦਾਂ ਦੇ ਨੇ ਜਿਨ੍ਹਾਂ ਨੂੰ ਇਹਨਾਂ ਯੋਧਿਆਂ ਬਾਰੇ ਨਹੀਂ ਪਤਾ, ਇਹਨਾਂ ਦੇ ਨਾਮ ਨਹੀਂ ਪਤਾ। ਔਰ ਉਦੋਂ ਵੱਡੀ ਗਲਤੀ ਕੀ ਆ, ਇਕੱਲੀ ਪੇਰੈਂਟਸ ਦੀ ਗਲਤੀ ਵੀ ਨਹੀਂ ਆ, ਸਾਡੀ ਕੌਮ ਦੀ ਸਾਰਿਆਂ ਦੀ ਗਲਤੀ ਆ। ਸਾਡੇ ਜਿਹੜੇ ਜਥੇਦਾਰ ਨੇ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਹੈ ਕਿ ਜਿਹੜੇ ਸਾਡੇ ਮਿਊਜ਼ੀਅਮ ਬਣਦੇ ਨੇ ਉਹਨਾਂ ਦੇ ਵਿੱਚ ਸਾਡੇ ਯੋਧਿਆਂ ਦੀਆਂ ਤਸਵੀਰਾਂ ਨਹੀਂ ਲਾਈਆਂ ਜਾਂਦੀਆਂ। ਤਸਵੀਰਾਂ ਦੇ ਨੀਚੇ ਜੇ ਉਹ ਤਸਵੀਰ ਲਾ ਵੀ ਦੇਣ ਤਾਂ ਕਈ ਵਾਰ ਇੱਦਾਂ ਹੁੰਦਾ ਵੀ ਉਹ ਤਸਵੀਰ ਲਾਉਣ ਵਾਲੇ ਨੂੰ ਵੀ ਨਹੀਂ ਪਤਾ ਹੁੰਦਾ ਵੀ ਉਹਦਾ ਨਾਮ ਕੀ ਆ। ਸਰਕਾਰ ਹੈ ਇਹ ਆਪਾਂ ਨੂੰ ਦਿਖ ਰਹੀ ਹੈ ਜੀ, ਇਹ ਹਿੰਦੂਵਤ ਵਾਲੀ ਸਰਕਾਰ ਹੈ ਜਿਹੜੀ ਕਿ ਅੱਜ ਤੱਕ ਸਿੱਖਾਂ ਤੋਂ ਡਰਦੀ ਹੀ ਆਈ ਹੈ। ਇਹ ਸਾਡੇ ਤੋਂ ਡਰਦੀ ਆਈ ਹੈ। ਇਹਨਾਂ ਨੂੰ ਆਏ ਆ ਵੀ ਜੇ ਅਸੀਂ ਦੁਬਾਰਾ ਖੜੇ ਹੋ ਗਏ ਤਾਂ ਅਸੀਂ ਖਾਲਸਾ ਰਾਜ ਦੀ ਗੱਲ ਕਰਾਂਗੇ। ਜੇ ਤੁਸੀਂ ਮੇਰੇ ਤੋਂ ਪੁੱਛਦੇ ਹੋ ਤਾਂ ਮੈਂ ਸਾਫ਼-ਸਾਫ਼ ਅੱਖਰਾਂ 'ਚ ਇਹ ਦੱਸੂੰਗੀ ਕਿ ਖਾਲਸਾ ਰਾਜ ਉਹ ਆ ਜਿਸ ਦੇ ਵਿੱਚ ਸਾਡੇ ਸਿੰਘ ਜਿਹੜੇ ਹਿੰਦੂ ਸੀ ਨਾ, ਮੈਂ ਤਾਂ ਇਹਨਾਂ ਨੂੰ ਬੇਗੈਰਤ ਕਹੂੰਗੀ, ਸਾਰੇ ਹਿੰਦੂਆਂ ਨੂੰ ਨਹੀਂ ਕਹਿ ਰਹੀ, ਉਹਨਾਂ ਨੂੰ ਕਹੂੰਗੀ ਜਿਨ੍ਹਾਂ ਤੋਂ ਆਪਣੀਆਂ ਜਨਾਨੀਆਂ ਵੀ ਨਹੀਂ ਬਚਾਈਆਂ ਗਈਆਂ ਜਦੋਂ ਅਬਦਾਲੀ ਵਰਗੇ ਲੈ ਜਾਂਦੇ ਸੀ ਚੱਕ ਕੇ, ਤੇ ਸਾਡੇ ਸਿੰਘ ਹੀ ਬਚਾ ਕੇ ਲੈ ਕੇ ਆਉਂਦੇ ਸੀ। ਉਦੋਂ ਨਹੀਂ ਇਹਨਾਂ ਨੂੰ ਖਾਲਸਾ ਰਾਜ ਮਾੜਾ ਲੱਗਿਆ, ਉਦੋਂ ਇਹਨਾਂ ਨੂੰ ਸਿੰਘ ਨਹੀਂ ਮਾੜੇ ਲੱਗੇ। ਅੱਜ ਇਹਨਾਂ ਨੂੰ ਸਿੰਘ ਮਾੜੇ ਲੱਗ ਰਹੇ ਨੇ ਕਿਉਂਕਿ ਜਿਹੜੀ ਵੱਡੀ ਧਿਰ ਆ ਉਹ ਹਿੰਦੂਵਤ ਵਾਲੀ ਆ, ਤੇ ਹਿੰਦੂਵਤ ਕੀ ਕਹਿ ਰਹੀ ਹੈ ਵੀ ਯੂਨਿਟੀ ਆ। ਕਿਹੋ ਜਿਹੀ ਯੂਨਿਟੀ ਆ ਇਹ ਜਿਹਦੇ ਵਿੱਚ ਬੁਰਖੇ ਪਾੜੇ ਜਾਂਦੇ ਨੇ? ਉਹ ਯੂਨਿਟੀ ਆ ਜਿਹਦੇ ਵਿੱਚ ਮਸਜਿਦ ਦੇ ਉੱਤੇ ਚੜ੍ਹ ਕੇ ਆਪਣੇ ਰਾਮ ਦੇ ਝੰਡੇ ਲਾਏ ਜਾਂਦੇ ਨੇ? ਇਹ ਉਹ ਯੂਨਿਟੀ ਆ ਜਿਹਦੇ ਵਿੱਚ ਮੁਸਲਮਾਨਾਂ ਦੀਆਂ ਝੁੱਗੀਆਂ ਢਾਹ ਕੇ ਉਹਨਾਂ ਦੇ ਜਿਹੜੇ ਛੋਟੇ ਜਿਹੇ ਠੇਲੇ ਹੁੰਦੇ ਨੇ ਜਿਨ੍ਹਾਂ ਤੋਂ ਉਹ ਆਪਣੇ ਰੋਟੀ ਕਮਾਉਂਦੇ ਨੇ, ਉਹ ਢਾਹ ਕੇ ਮਸਜਿਦਾਂ ਢਾਹ ਕੇ ਉਹਨਾਂ ਦੇ ਉੱਤੇ ਆਪਣੇ ਅਸੀਂ ਰਾਮ ਦੀ ਇੱਜ਼ਤ ਕਰਦੇ ਹਾਂ। ਅਸੀਂ ਜਾਣਦੇ ਹਾਂ, ਅਸੀਂ ਵੀ ਝੁਕਦੇ ਹਾਂ ਕਿਉਂਕਿ ਸਾਡੇ ਧਰਮ 'ਚ ਨਹੀਂ ਇਹ ਸਿਖਾਇਆ ਗਿਆ ਵੀ ਇਕੱਲੇ ਬਾਪ ਦੀ ਇੱਜ਼ਤ ਕਰੋ ਤੇ ਚਾਚੇ ਤਾਇਆਂ ਦੀ ਨਾ ਕਰੋ। ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਅੰਦਰ ਗੱਲ ਕੀਤੀ ਸੀ ਵੀ ਜਿਹੜਾ ਯੂਥ ਹੈ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਤਸਵੀਰ ਹਮੇਸ਼ਾ ਹੀ ਟੀ-ਸ਼ਰਟਾਂ ਦੇ ਉੱਪਰ, ਮੋਟਰਸਾਈਕਲ ਤੇ ਕਾਰਾਂ ਦੇ ਉੱਪਰ, ਜੇ ਗੱਲ ਕਰੀਏ ਟਰੈਕਟਰਾਂ ਬੱਸਾਂ ਦੇ ਉੱਪਰ ਵੀ ਲਾ ਕੇ ਚੱਲਦਾ ਹੈ। ਇਹ ਯੂਥ ਉਹੀ ਹੈ ਜਿਹੜੇ ਯੂਥ ਨੇ ਜਲੰਧਰ ਦੇ ਵਿੱਚ ਤਸਵੀਰਾਂ ਨੂੰ ਲੈ ਕੇ, ਬਾਬਾ ਜਰਨੈਲ ਸਿੰਘ ਦੀਆਂ ਤਸਵੀਰਾਂ ਨੂੰ ਲੈ ਕੇ, ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਨੂੰ ਲੈ ਕੇ ਵੀ ਅਸੀਂ ਇਹ ਤਸਵੀਰਾਂ ਨਾਲ ਪਿਆਰ ਕਰਦੇ ਹਾਂ, ਇਹ ਤਸਵੀਰਾਂ ਨੂੰ ਨਾ ਲਾਇਆ ਜਾਏ। ਜਿਹੜਾ ਸਰਕਾਰਾਂ ਨੇ ਲਾਇਆ ਇਹ ਜਿਹੜਾ ਉਹਨਾਂ ਨੇ ਮਤਾ ਆਪਣੇ ਆਪ ਦੇ ਵਿੱਚ ਪਾਸ ਕੀਤਾ ਹੈ ਤੇ ਇਹ ਤਸਵੀਰਾਂ ਮੁੜ ਉਹਨਾਂ ਬੱਸਾਂ ਦੇ ਉੱਪਰ ਜਿਹੜੀਆਂ ਲਾਉਣ ਵਾਸਤੇ ਇਜਾਜ਼ਤ ਦਿੱਤੀ ਜਾਏ। ਇਹ ਭੈਣ ਗੁਰਜੀਤ ਕੌਰ ਦੀ ਬੇਟੀ ਨੇ, ਬਹੁਤ ਘੱਟ ਉਮਰ ਹੈ, ਬੇਟੀ ਹੈ, ਸਾਡੀ ਭੈਣ ਹੈ, ਛੋਟੀ ਧੀ ਹੈ। ਇਹਨਾਂ ਤੋਂ ਪੁੱਛਣ ਦਾ ਯਤਨ ਕਰਦੇ ਭੈਣ ਜੀ, ਤੁਸੀਂ ਸਾਰਾ ਕੁਝ ਦੇਖ ਲਿਆ ਬੇਟਾ ਜਲੰਧਰ ਦੇ ਵਿੱਚ ਜੋ ਕੁਝ ਹੋਇਆ, ਕੀ ਸਰਕਾਰ ਨੂੰ ਬਾਬਾ ਜਰਨੈਲ ਸਿੰਘ ਦੀਆਂ ਤਸਵੀਰਾਂ ਤੋਂ ਵੀ ਬੈਨ ਹੈ ਜਾਂ ਇਹਨਾਂ ਸਰਕਾਰਾਂ ਦੇ ਉੱਪਰ ਕੋਈ ਹੋਰ ਕੁੰਡਾ ਆ ਜਿਹਦੇ ਕਰਕੇ ਸਰਕਾਰਾਂ ਨੇ ਇਹੋ ਜਿਹੇ ਜਿਹੜੇ ਆ ਉਹ ਐਲਾਨ ਕਰ ਦਿੱਤੇ ਵੀ ਤਸਵੀਰਾਂ ਜਿਹੜੀਆਂ ਉਹ ਬੱਸਾਂ ਦੇ ਵਿੱਚ ਕਿਸੇ ਵੀ ਅਦਾਰੇ ਦੇ ਵਿੱਚ ਸਰਕਾਰੀ ਮਹਿਕਮੇ ਦੇ ਵਿੱਚ ਨਹੀਂ ਦਿਸਣੀਆਂ ਚਾਹੀਦੀਆਂ? ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰ ਦੇਵਾਂ ਬਾਈ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ। ਭਾਵੇਂ ਅੱਜ ਸਰੀਰਕ ਤੌਰ 'ਤੇ ਨਹੀਂ ਆ ਸਾਡੇ ਵਿੱਚ, ਪਰ ਉਹ ਯੂਥ ਨੂੰ ਦੱਸ ਗਿਆ ਕਿ ਬਲਵਿੰਦਰ ਜਟਾਣਾ ਕੌਣ ਸੀ। ਕਿਉਂ ਕਰਕੇ ਸਾਡੇ ਘਰ ਇਹੋ ਜਿਹੇ ਨੇ, ਸਾਡੇ ਪਰਿਵਾਰ ਇਹੋ ਜਿਹੇ ਨੇ, ਸਾਡੇ ਘਰਾਂ ਦੇ ਵਿੱਚ ਇਤਿਹਾਸ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ, ਧਰਮ 'ਤੇ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਪਰ ਅੱਜ ਬਹੁਤ ਮੇਰੀ ਏਜ ਦੇ ਬੱਚੇ ਇੱਦਾਂ ਦੇ ਨੇ ਜਿਨ੍ਹਾਂ ਨੂੰ ਇਹਨਾਂ ਯੋਧਿਆਂ ਬਾਰੇ ਨਹੀਂ ਪਤਾ, ਇਹਨਾਂ ਦੇ ਨਾਮ ਨਹੀਂ ਪਤਾ। ਔਰ ਉਦੋਂ ਵੱਡੀ ਗਲਤੀ ਕੀ ਆ, ਇਕੱਲੀ ਪੇਰੈਂਟਸ ਦੀ ਗਲਤੀ ਵੀ ਨਹੀਂ ਆ, ਸਾਡੀ ਕੌਮ ਦੀ ਸਾਰਿਆਂ ਦੀ ਗਲਤੀ ਆ। ਸਾਡੇ ਜਿਹੜੇ ਜਥੇਦਾਰ ਨੇ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਹੈ ਕਿ ਜਿਹੜੇ ਸਾਡੇ ਮਿਊਜ਼ੀਅਮ ਬਣਦੇ ਨੇ ਉਹਨਾਂ ਦੇ ਵਿੱਚ ਸਾਡੇ ਯੋਧਿਆਂ ਦੀਆਂ ਤਸਵੀਰਾਂ ਨਹੀਂ ਲਾਈਆਂ ਜਾਂਦੀਆਂ। ਤਸਵੀਰਾਂ ਦੇ ਨੀਚੇ ਜੇ ਉਹ ਤਸਵੀਰ ਲਾ ਵੀ ਦੇਣ ਤਾਂ ਕਈ ਵਾਰ ਇੱਦਾਂ ਹੁੰਦਾ ਵੀ ਉਹ ਤਸਵੀਰ ਲਾਉਣ ਵਾਲੇ ਨੂੰ ਵੀ ਨਹੀਂ ਪਤਾ ਹੁੰਦਾ ਵੀ ਉਹਦਾ ਨਾਮ ਕੀ ਆ। ਠੀਕ ਹੈ, ਸੋ ਬਾਈ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਧੰਨਵਾਦ ਕਰਦੀ ਹਾਂ ਕਿ ਉਹਦੇ ਜਾਣ ਮਗਰੋਂ ਬਲਵਿੰਦਰ ਸਿੰਘ ਜਟਾਣਾ ਜੀ ਦੀ ਤਸਵੀਰ ਹੈ ਜਿਹੜੀ ਹੁਣ ਮਿਊਜ਼ੀਅਮ ਦੇ ਵਿੱਚ ਲੱਗ ਰਹੀ ਆ। ਸੋ ਇਹਦੇ ਨਾਲ ਇੱਕ ਤਾਂ ਜਾਗਰੂਕਤਾ ਆਊਗੀ। ਦੂਜੀ ਗੱਲ ਜਿਹੜੀ ਇਹ ਹੈ ਨਾ ਵੀ ਸਰਕਾਰ ਹੈ ਇਹ ਆਪਾਂ ਨੂੰ ਦਿਖ ਰਹੀ ਹੈ ਜੀ, ਇਹ ਹਿੰਦੂਵਤ ਵਾਲੀ ਸਰਕਾਰ ਹੈ ਜਿਹੜੀ ਕਿ ਅੱਜ ਤੱਕ ਸਿੱਖਾਂ ਤੋਂ ਡਰਦੀ ਹੀ ਆਈ ਹੈ। ਇਹ ਸਾਡੇ ਤੋਂ ਡਰਦੀ ਆਈ ਹੈ। ਇਹਨਾਂ ਨੂੰ ਆਏ ਆ ਵੀ ਜੇ ਅਸੀਂ ਦੁਬਾਰਾ ਖੜੇ ਹੋ ਗਏ ਤਾਂ ਅਸੀਂ ਖਾਲਸਾ ਰਾਜ ਦੀ ਗੱਲ ਕਰਾਂਗੇ। ਤੇ ਕੁਝ ਬੱਚੇ ਮੇਰੀ ਏਜ ਦੇ ਅੱਜ ਕੱਲ੍ਹ ਇਹੋ ਜਿਹੇ ਨੇ ਜਿਨ੍ਹਾਂ ਦਾ ਮਾਈਂਡ ਵਾਸ਼ ਕਰਕੇ ਇੱਦਾਂ ਸਮਝਾਇਆ ਗਿਆ ਕਿ ਨਹੀਂ ਬੱਚੇ, ਅਸੀਂ ਖਾਲਸਾ ਰਾਜ ਨਹੀਂ ਇਕੱਲਾ ਮੰਗਣਾ, ਸਾਨੂੰ ਵੀ ਬਿਲੀਵ ਇਨ ਯੂਨਿਟੀ।
ਮੈਂ ਇਹ ਸਟੇਟਮੈਂਟ ਇੱਕ ਮੇਰੀ ਏਜ ਦੀ ਇੱਕ ਕੁੜੀ ਸੀ, ਉਹਦੇ ਮੂੰਹੋਂ ਸੁਣੀ, ਕਹਿੰਦੀ ਵੀ ਬਿਲੀਵ ਇਨ ਯੂਨਿਟੀ। ਫਿਰ ਮੈਂ ਉਹਨੂੰ ਇੱਕ ਸਵਾਲ ਕੀਤਾ ਕਿ ਕਿਹੜੀ ਯੂਨਿਟੀ, ਮੈਨੂੰ ਯੂਨਿਟੀ ਦਾ ਤੁਸੀਂ ਡੈਫੀਨੇਸ਼ਨ ਦਿਓ, ਜਾਂ ਤਾਂ ਮੈਨੂੰ ਖਾਲਸਾ ਰਾਜ ਦੀ ਡੈਫੀਨੇਸ਼ਨ ਦੇ ਦਿਓ, ਖਾਲਸਾ ਵਰਡ ਦੀ ਡੈਫੀਨੇਸ਼ਨ ਦੇ ਦਿਓ, ਜਾਂ ਮੈਨੂੰ ਯੂਨਿਟੀ ਦੀ ਡੈਫੀਨੇਸ਼ਨ ਦੇ ਦਿਓ। ਜੇ ਤੁਸੀਂ ਮੇਰੇ ਤੋਂ ਪੁੱਛਦੇ ਹੋ ਤਾਂ ਮੈਂ ਸਾਫ਼-ਸਾਫ਼ ਅੱਖਰਾਂ 'ਚ ਇਹ ਦੱਸੂੰਗੀ ਕਿ ਖਾਲਸਾ ਰਾਜ ਉਹ ਆ ਜਿਸ ਦੇ ਵਿੱਚ ਸਾਡੇ ਸਿੰਘ ਜਿਹੜੇ ਹਿੰਦੂ ਸੀ ਨਾ, ਮੈਂ ਤਾਂ ਇਹਨਾਂ ਨੂੰ ਬੇਗੈਰਤ ਕਹੂੰਗੀ, ਸਾਰੇ ਹਿੰਦੂਆਂ ਨੂੰ ਨਹੀਂ ਕਹਿ ਰਹੀ, ਉਹਨਾਂ ਨੂੰ ਕਹੂੰਗੀ ਜਿਨ੍ਹਾਂ ਤੋਂ ਆਪਣੀਆਂ ਜਨਾਨੀਆਂ ਵੀ ਨਹੀਂ ਬਚਾਈਆਂ ਗਈਆਂ ਜਦੋਂ ਅਬਦਾਲੀ ਵਰਗੇ ਲੈ ਜਾਂਦੇ ਸੀ ਚੱਕ ਕੇ, ਤੇ ਸਾਡੇ ਸਿੰਘ ਹੀ ਬਚਾ ਕੇ ਲੈ ਕੇ ਆਉਂਦੇ ਸੀ। ਉਦੋਂ ਨਹੀਂ ਇਹਨਾਂ ਨੂੰ ਖਾਲਸਾ ਰਾਜ ਮਾੜਾ ਲੱਗਿਆ, ਉਦੋਂ ਇਹਨਾਂ ਨੂੰ ਸਿੰਘ ਨਹੀਂ ਮਾੜੇ ਲੱਗੇ। ਅੱਜ ਇਹਨਾਂ ਨੂੰ ਸਿੰਘ ਮਾੜੇ ਲੱਗ ਰਹੇ ਨੇ ਕਿਉਂਕਿ ਜਿਹੜੀ ਵੱਡੀ ਧਿਰ ਆ ਉਹ ਹਿੰਦੂਵਤ ਵਾਲੀ ਆ, ਤੇ ਹਿੰਦੂਵਤ ਕੀ ਕਹਿ ਰਹੀ ਹੈ ਵੀ ਯੂਨਿਟੀ। ਕਿਹੋ ਜਿਹੀ ਯੂਨਿਟੀ ਆ ਇਹ ਜਿਹਦੇ ਵਿੱਚ ਬੁਰਖੇ ਪਾੜੇ ਜਾਂਦੇ ਨੇ? ਉਹ ਯੂਨਿਟੀ ਆ ਜਿਹਦੇ ਵਿੱਚ ਮਸਜਿਦ ਦੇ ਉੱਤੇ ਚੜ੍ਹ ਕੇ ਆਪਣੇ ਰਾਮ ਦੇ ਝੰਡੇ ਲਾਏ ਜਾਂਦੇ ਨੇ? ਇਹ ਉਹ ਯੂਨਿਟੀ ਆ ਜਿਹਦੇ ਵਿੱਚ ਮੁਸਲਮਾਨਾਂ ਦੀਆਂ ਝੁੱਗੀਆਂ ਢਾਹ ਕੇ ਉਹਨਾਂ ਦੇ ਜਿਹੜੇ ਛੋਟੇ ਜਿਹੇ ਠੇਲੇ ਹੁੰਦੇ ਨੇ ਜਿਨ੍ਹਾਂ ਤੋਂ ਉਹ ਆਪਣੇ ਰੋਟੀ ਕਮਾਉਂਦੇ ਨੇ, ਉਹ ਢਾਹ ਕੇ, ਮਸਜਿਦਾਂ ਢਾਹ ਕੇ ਉਹਨਾਂ ਦੇ ਉੱਤੇ ਆਪਣੇ ਰਾਮ ਦੇ, ਅਸੀਂ ਰਾਮ ਦੀ ਇੱਜ਼ਤ ਕਰਦੇ ਹਾਂ, ਅਸੀਂ ਜਾਣਦੇ ਹਾਂ, ਅਸੀਂ ਵੀ ਝੁਕਦੇ ਹਾਂ, ਕਿਉਂਕਿ ਸਾਡੇ ਧਰਮ 'ਚ ਨਹੀਂ ਇਹ ਸਿਖਾਇਆ ਗਿਆ ਕਿ ਵੀ ਇਕੱਲੇ ਬਾਪ ਦੀ ਇੱਜ਼ਤ ਕਰੋ ਅਤੇ ਚਾਚੇ ਤਾਇਆਂ ਦੀ ਨਾ ਕਰੋ। ਅਸੀਂ ਆਪਣੇ ਲਾਣੇ ਨੂੰ ਇਕੱਠਾ ਲੈ ਕੇ ਤੁਰਨਾ ਜਾਣਦੇ ਹਾਂ, ਅਸੀਂ ਹਰੇਕ ਧਰਮ ਦੀ ਇੱਜ਼ਤ ਕਰਦੇ ਹਾਂ। ਸੋ ਮੈਂ ਇਹੋ ਜਿਹੇ ਬੱਚਿਆਂ ਨੂੰ ਇਹ ਪੁੱਛਣਾ ਚਾਹੂੰਗੀ ਕਿ ਕਿਹੜੀ ਯੂਨਿਟੀ, ਤੇ ਇਹੋ ਜਿਹੀਆਂ ਸਰਕਾਰਾਂ ਨੂੰ ਇਹ ਪੁੱਛਣਾ ਚਾਹੂੰਗੀ ਕਿ ਇਹ ਮੈਨੂੰ ਯੂਨਿਟੀ ਦੀ ਡੈਫੀਨੇਸ਼ਨ ਦੇ ਦਿਓ ਤੁਸੀਂ, ਜਿਹੜਾ ਤੁਸੀਂ ਸਾਡੇ ਡੈਫੀਨੇਸ਼ਨ ਤੁਹਾਨੂੰ ਮਿਲ ਗਈ? ਤੇਰੀ ਭੈਣ ਤੋਂ ਪੁੱਛਿਆ? ਮੈਨੂੰ ਤਾਂ ਜੀ ਪਹਿਲਾਂ ਹੀ ਬਸ ਪਤਾ ਹੈ ਵੀ ਹਾਂ ਇਹਨਾਂ ਦੀ ਡੈਫੀਨੇਸ਼ਨ ਇਹੀ ਆ ਵੀ ਬੁਰਖੇ ਪਾੜੋ, ਦਸਤਾਰਾਂ 'ਤੇ ਹੱਥ ਪਾਓ, ਚੁੰਨੀਆਂ 'ਤੇ ਹੱਥ ਪਾਓ। ਉਹ ਜਿਹੜਾ ਕਿ ਦਿੱਲੀ ਦੇ ਵਿੱਚ ਕਾਂਡ ਵੀ ਹੋਇਆ ਸੀਗਾ ਕਿ ਇੱਕ ਸਿੱਖ ਬੇਟੀ ਦੇ ਬਾਲ ਕੱਟ ਕੇ ਉਹਨੂੰ ਨਗਨ ਕਰਕੇ ਬਾਜ਼ਾਰ ਦੇ ਵਿੱਚ ਤੋਰਿਆ ਗਿਆ, ਫਿਰ ਉਹਦੇ ਨਾਲ ਕਿੰਨੀ ਬੇਪੱਤੀ ਕੀਤੀ ਉਹਦੀ। ਮੈਨੂੰ ਡੈਫੀਨੇਸ਼ਨ ਇਹਦੀ ਮਿਲ ਗਈ ਆ, ਤੇ ਮੈਨੂੰ ਮੇਰੇ ਖਾਲਸ ਦੀ ਵੀ ਡੈਫੀਨੇਸ਼ਨ ਪਤਾ ਵੀ ਪੂਰਨ ਟਰਾਂਸਪੇਰੈਂਸੀ ਹੁੰਦੀ ਆ ਖਾਲਸੇ ਦੇ ਵਿੱਚ, ਠੀਕ ਹੈ। ਸਾਡੇ ਵਿੱਚ ਕੋਈ ਝੂਠ ਨਹੀਂ, ਕੋਈ ਫਰੇਬ ਨਹੀਂ, ਇਹੋ ਜਿਹਾ ਰਾਜ ਜਿੱਥੇ ਹਰੇਕ ਧਰਮ ਇਕੱਠਾ ਹੋਵੇ, ਹਰੇਕ ਧਰਮ ਦੇ ਵਿੱਚ ਹਰੇਕ ਜਾਤੀ ਦੇ ਲੋਕਾਂ ਦੇ ਵਿੱਚ ਪਿਆਰ ਹੋਵੇ, ਉਹ ਹੈ ਸਾਡਾ ਖਾਲਸਾ ਰਾਜ। ਪਰ ਮੈਂ ਅੱਜ ਵੀ ਮੈਨੂੰ ਜਿੰਨੀ ਕਿ ਨੌਲੇਜ ਹੈਗੀ ਹੈ ਇਹਨਾਂ ਦੀ ਯੂਨਿਟੀ ਬਾਰੇ ਮੈਂ ਤਾਂ ਸ਼ੇਅਰ ਕਰਤੀ। ਬਾਕੀ ਮੈਂ ਇਹਨਾਂ ਤੋਂ ਹਲੇ ਵੀ ਉਹੀ ਸਵਾਲ ਕਰਦੀ ਹਾਂ ਕਿ ਮੈਨੂੰ ਯੂਨਿਟੀ ਦਾ ਤੁਸੀਂ ਪਲੀਜ਼ ਮੈਨੂੰ ਸਮਝਾ ਦਿਓ ਵੀ ਤੁਸੀਂ ਕਿਹੋ ਜਿਹੀ ਯੂਨਿਟੀ ਭਾਲਦੇ ਹੋ। ਅਤੇ ਦੂਜੀ ਗੱਲ ਜਿਹੜੀ ਇਹ ਸਾਡੇ ਸੰਤਾਂ ਦੀ ਤਸਵੀਰਾਂ ਨੂੰ ਹਟਾ ਰਹੇ ਹੋ ਨਾ, ਕਿਵੇਂ ਹਟਾ ਦੋਗੇ ਤੁਸੀਂ? ਠੀਕ ਹੈ, ਤੁਸੀਂ ਤਸਵੀਰਾਂ ਬੱਸ ਸਟੈਂਡ ਤੋਂ ਹਟਾ ਦਿਓ, ਬੱਸਾਂ ਦੇ ਉੱਤੋਂ ਲੱਗਣੋਂ ਹਟਾ ਦਿਓ, ਬੋਰਡ ਹਟਾ ਦਿਓ, ਪਰ ਸਾਡੇ ਅੰਦਰੋਂ ਕਿਵੇਂ ਤੁਸੀਂ ਮਾਰ ਦੋਗੇ? ਸਾਡੇ ਅੰਦਰ ਜਿਹੜੇ ਜਜ਼ਬੇ ਨੇ ਉਹਨਾਂ ਨੂੰ ਕਿਵੇਂ ਤੁਸੀਂ ਮਾਰ ਦੋਗੇ? ਕਿਵੇਂ ਖ਼ਤਮ ਕਰ ਦੋਗੇ ਉਹ ਚੀਜ਼? ਅੱਜ ਹੀ ਮੈਂ ਜਦੋਂ ਆ ਰਹੀ ਸੀ ਰਸਤੇ ਦੇ ਵਿੱਚ ਮੈਂ ਦੇਖਿਆ ਕਿ PRTC ਦੀ ਬੱਸ ਹੈ, ਉਹਦੇ ਉੱਤੇ ਇੱਕ ਬਹੁਤ ਹੀ ਲੱਚਰ ਢੰਗ ਦੀ ਤਸਵੀਰ ਲੱਗੀ ਹੋਈ ਸੀ, ਅਤੇ ਮੂਵੀ ਦੀ ਉਹ ਪਬਲਿਸਿਟੀ ਕਰ ਰਹੀ ਸੀ। ਉਹ ਬੱਸ ਮੂਵੀ ਦੇ ਪੋਸਟਰ ਲੱਗੇ ਹੋਏ ਸੀ, ਉਹਦਾ ਨਾਮ ਹੈ ਲਵ, ਇੱਦਾਂ ਕਰਕੇ। ਇਹੋ ਜਿਹੇ ਲੱਚਰ ਸ਼ਬਦ, ਲੱਚਰ ਫੋਟੋਆਂ ਬੱਸਾਂ ਦੇ ਉੱਤੇ ਲੱਗ ਸਕਦੀਆਂ ਨੇ, ਪਰ ਸੰਤ ਭਿੰਡਰਾਂ ਵਾਲਿਆਂ ਦੀ ਨਹੀਂ ਲੱਗ ਸਕਦੀਆਂ। ਇਹ ਕੀ ਚੱਕਰ ਹੈ? ਸਾਨੂੰ ਇਹ ਸਵਾਲਾਂ ਦੇ ਜਵਾਬ ਦੇਵੇ ਸਰਕਾਰ ਵੀ। ਕੀ ਹੈ ਤੁਹਾਨੂੰ ਪੈਸਿਆਂ ਦੀ ਲੋੜ ਹੈ? ਅਸੀਂ ਦਿੰਦੇ ਹਾਂ, ਅਸੀਂ ਜਿੰਨੇ ਜੋਗੇ। ਸਾਡੇ ਇਤਿਹਾਸ ਦੇ ਵਿੱਚ ਇਹੋ ਜਿਹੇ ਵੀ ਲੋਕ ਆਏ ਨੇ ਦੂਜੇ ਧਰਮਾਂ ਤੋਂ ਚੱਲ ਕੇ ਵੀ, ਆਪਣੇ ਧਰਮ ਦੇ ਵਿੱਚੋਂ ਵੀ, ਜਿਨ੍ਹਾਂ ਨੇ ਆਪਣੇ ਪਰਿਵਾਰ ਲਾਤੇ। ਜਿਵੇਂ ਜੇ ਆਪਾਂ ਪੀਰ ਬੁੱਧੂ ਸ਼ਾਹ ਜੀ ਦੀ ਗੱਲ ਕਰ ਲਈਏ ਤਾਂ ਉਹ ਸਾਡੇ ਧਰਮ ਯੁੱਧ ਦੇ ਵਿੱਚ ਆ ਕੇ ਖੜੇ ਹੋਏ। ਸਾਈਂ ਮੀਆਂ ਮੀਰ ਜੀ ਦੀ, ਟੋਡਰ ਮੱਲ ਜੀ, ਜਿਨ੍ਹਾਂ ਨੇ ਕਿ ਸਭ ਕੁਝ ਵੇਚ ਕੇ ਜੀ ਫਿਰ ਇੱਕ ਜ਼ਮੀਨ ਲਈ, ਜਿੱਥੇ ਸਾਡੇ ਬਹੁਤ ਹੀ ਮੁਕੱਦਸ ਹੈ ਨਾ ਅਸਥਾਨ ਬਣਿਆ ਹੋਇਆ ਅੱਜ ਸ਼੍ਰੀ ਜੋਤੀ ਸਰੂਪ ਸਾਹਿਬ, ਅਤੇ ਉਹ ਜ਼ਮੀਨ ਲਈ ਉੱਥੇ ਸੰਸਕਾਰ ਕੀਤਾ ਸਾਡੀਆਂ ਬਹੁਤ ਹੀ ਪਵਿੱਤਰ ਰੂਹਾਂ ਦਾ। ਇਹੋ ਜਿਹੇ ਲੋਕ ਵੀ ਆਏ ਆ ਸਾਡੇ ਪੰਥ ਦੇ ਵਿੱਚ, ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੇ। ਸੋ ਕੀ ਅਸੀਂ ਆਪ ਹੀ ਆਪਣੇ ਪੰਥ ਲਈ ਨਹੀਂ ਖੜੇ ਹੋ ਸਕਦੇ? ਅਸੀਂ ਹੋ ਸਕਦੇ ਹਾਂ। ਸਾਨੂੰ ਆਪਣਾ ਕੁਝ ਵੀ ਵੇਚਣਾ ਪਵੇ, ਕੁਝ ਵੀ ਲਾਉਣਾ ਪਵੇ, ਠੀਕ ਹੈ, ਅਸੀਂ ਤੁਹਾਨੂੰ ਪੇ ਕਰਾਂਗੇ। ਮੈਂ ਆਪਦੇ ਆਪ 'ਤੇ ਕਹਿੰਦੀ ਹਾਂ, ਮੈਂ ਆਹ ਰਿੰਗ ਬਣਵਾਈ ਸੀਗੀ ਆਪਣੀ ਸੇਵਿੰਗਸ 'ਚੋਂ, ਠੀਕ ਹੈ। ਜੇ ਤੁਹਾਨੂੰ ਭਾਈ ਪੈਸੇ ਚਾਹੀਦੇ, ਮੈਂ ਇਹਨੂੰ ਵੇਚ ਆਉਂਦੀ ਹਾਂ, ਮੈਥੋਂ ਪੈਸੇ ਲੈ ਲਓ, ਠੀਕ ਹੈ, ਪਰ ਸਾਡੀਆਂ ਜਿਹੜੀਆਂ ਤਸਵੀਰਾਂ ਨੇ ਲੱਗਣ ਦਿਓ। ਜੇ ਤੁਹਾਨੂੰ ਐਦਾਂ ਲੱਗਦਾ ਵੀ ਸਾਨੂੰ ਜਿਹੜੀਆਂ ਵੱਡੀਆਂ ਫਿਲਮਾਂ ਨੇ ਉਹਨਾਂ ਦੀ ਪਬਲਿਸਿਟੀ ਕਰਕੇ ਜ਼ਿਆਦਾ ਪੈਸੇ ਆਉਂਦੇ ਆ, ਤਾਂ ਸਾਨੂੰ ਇੱਕ ਵਾਰੀ ਦੱਸ ਤਾਂ ਦਿਓ ਨਾ, ਸਾਹਮਣੇ ਆ ਕੇ ਦੱਸ ਦਿਓ। ਫਿਰ ਦੂਜੀ ਗੱਲ ਇਹ ਹੈ ਵੀ ਜਿਹੜਾ ਤੁਸੀਂ ਮਾਰ ਕਟਾਈ ਕਰਨ ਲੱਗ ਜਾਂਦੇ ਹੋ, ਸਾਡਾ ਕਤਲੇਆਮ ਕਰਨ ਲੱਗ ਜਾਂਦੇ ਹੋ, ਸਾਨੂੰ ਉੱਦਾਂ ਹੀ ਦੱਸ ਦਿਓ ਵੀ ਤੁਹਾਡੇ ਕੋਲ ਬਜਟ ਨਹੀਂ ਹੈਗਾ ਭਾਈ ਪੋਪੂਲੇਸ਼ਨ ਸੰਭਾਲਣ ਦਾ, ਤੁਸੀਂ ਡੀਪੋਪੂਲਾਈਜੇਸ਼ਨ ਕਰਨਾ ਚਾਹੁੰਦੇ ਹੋ, ਸਾਨੂੰ ਉੱਦਾਂ ਹੀ ਦੱਸ ਦਿਓ। ਸਾਡੇ ਸਾਹਮਣੇ ਆ ਕੇ ਗੋਲੀ ਮਾਰੋ ਤਾਂ ਕਿ ਦੂਜੇ ਦੇਸ਼ਾਂ ਨੂੰ ਵੀ ਪਤਾ ਲੱਗੇ ਕਿ ਤੁਸੀਂ ਕਿੰਨੇ ਕੁ ਗਿਰੇ ਹੋਏ ਹੋ।
ਤੇ ਜਿਹੜੀ ਦੂਜੀ ਖਾਲਸੇ ਦੀ ਗੱਲ ਕਰਦੇ ਆ, ਖਾਲਸੇ ਦਾ ਰਾਜ ਆਪਾਂ ਕਦੋਂ ਮੰਨਦੇ ਆ ਵੀ ਕਦੋਂ ਸੀ ਖਾਲਸੇ ਦਾ ਰਾਜ? ਮਹਾਰਾਜਾ ਰਣਜੀਤ ਸਿੰਘ ਵੇਲੇ ਖਾਲਸੇ ਦਾ ਰਾਜ ਸੀਗਾ, ਹਨਾ। ਉਹਦੇ ਵਿੱਚ 51% ਤਾਂ ਮਤਲਬ ਮੁਸਲਿਮ ਸੀਗੇ, ਠੀਕ ਹੈ। ਫਿਰ ਉਸ ਤੋਂ ਬਾਅਦ ਹਿੰਦੂਆਂ ਦੀ ਸੀ 6% ਸੀਗੇ ਸਿੱਖ ਉਹਦੇ ਵਿੱਚ। ਕਿਸੇ ਨਾਲ ਹੋਈ ਆ ਕਦੇ ਬਦਤਮੀਜੀ, ਕਦੇ ਕਿਸੇ ਨਾਲ ਕਦੇ ਕੋਈ ਇਦਾਂ ਦੀ ਦੁਰਘਟਨਾ ਵੀ ਕਿਸੇ ਨੂੰ ਇਨਸਾਫ ਨਾ ਮਿਲਿਆ ਹੋਵੇ, ਠੀਕ ਹੈ ਨਾ। ਖਾਲਸਾ ਰਾਜ ਤਾਂ ਸਾਡੇ ਨਾਲ ਮੁਸਲਮਾਨ ਵੀ ਮੰਗਦੇ ਨੇ, ਠੀਕ ਹੈ। ਇਹ ਸਾਨੂੰ ਇਕੱਲਿਆਂ ਨੂੰ ਕੀ ਕਹਿੰਦੇ ਨੇ, ਠੀਕ ਹੈ। ਖਾਲਸ ਦਾ ਮਤਲਬ ਹੀ ਇਹਨਾਂ ਨੂੰ ਪਤਾ ਨਹੀਂ ਵੀ ਖਾਲਸ ਦਾ ਮਤਲਬ ਕੀ ਹੁੰਦਾ, ਠੀਕ। ਹਾਂਜੀ। ਤੇ ਹੁਣ ਅੱਜ ਦਾ ਮਾਹੌਲ ਦੇਖ ਲਓ ਤੁਸੀਂ। ਅੱਜ ਇੱਥੇ ਸਾਡੇ ਧਰਨੇ ਦੇ ਉੱਤੇ ਸਾਡੇ ਨਾਲ ਸਾਥ ਦੇਣ ਵਾਲੇ ਬਹੁਤ ਘੱਟ ਗਿਣਤੀ ਪਹੁੰਚੇ ਨੇ, ਪਰ ਫਿਰ ਵੀ ਜਿਹੜੇ ਸਾਡੇ ਨਾਲ ਪਹੁੰਚੇ ਨੇ ਨਾ, ਉਹਨਾਂ ਦੀ ਗਿਣਤੀ ਗਿਣੀ ਜਾ ਸਕਦੀ ਹੈ, ਪਰ ਜਿਹੜੀ ਪੁਲਿਸ ਫੋਰਸ ਆ ਉਹਦੀ ਗਿਣਤੀ ਨਹੀਂ ਗਿਣੀ ਜਾ ਸਕਦੀ ਕਿ ਸਾਨੂੰ ਇੰਨੇ ਕੁ ਨੂੰ ਇਹਨਾਂ ਨੇ ਕਵਰ ਕਰਨ ਲਈ ਇੰਨੀ ਪੁਲਿਸ ਫੋਰਸ ਲਗਾਤੀ। ਇਹੀ ਸੇਮ ਕਾਂਡ ਹੋਇਆ ਸੀਗਾ ਯੂਪੀ ਦੇ ਵਿੱਚ। ਇੱਕ ਕੁੜੀ ਨੇ YouTube ਦੇ ਉੱਤੇ ਗਾਣਾ ਗਾਤਾ ਸੀ ਕਿ ਯੂਪੀ ਮੇਂ ਕਾਬਾ। ਉਹ ਗਾਣਾ ਇਦਾਂ ਸੀਗਾ ਕਿ ਸਾਰਾ ਮੋਦੀ ਦੇ ਖਿਲਾਫ, ਚਲੋ ਲਾ ਲਓ ਖਿਲਾਫ। ਹੁਣ ਦੇਖੋ, ਜਦੋਂ ਆਪਾਂ ਨੂੰ ਕੋਈ ਸਿਸਟਮ ਨਹੀਂ ਪਸੰਦ ਆਉਂਦਾ ਅਸੀਂ ਉਹਦੇ ਵਿਰੋਧ 'ਚ ਬੋਲਾਂਗੇ ਹੀ, ਪਰ ਉਹਨਾਂ ਨੂੰ ਉਹ ਨਿੱਜੀ ਤੌਰ ਤੇ ਲੈ ਜਾਂਦੇ ਨੇ। ਔਰ ਉਹਨਾਂ ਨੇ ਉਹ ਸਿੰਪਲ ਜੀ ਆਮ ਜੇ ਘਰ ਤੋਂ ਕੁੜੀ ਉੱਠੀ ਹੋਈ ਨੂੰ ਕਵਰ ਕਰਨ ਲਈ ਪੂਰਾ ਇੱਕ ਸੈੱਲ ਬਿਠਾ ਦਿੱਤਾ। ਸੋਸ਼ਲ ਮੀਡੀਆ ਦੇ ਉੱਤੇ ਪੂਰਾ ਇੱਕ ਸੈੱਲ ਬਿਠਾਤਾ, YouTube ਦੇ ਉੱਤੇ ਵੀਡੀਓਜ਼ ਪਾਈਆਂ, ਸੋਸ਼ਲ ਮੀਡੀਆ ਹੋਰ ਐਪਸ ਦੇ ਉੱਤੇ ਵੀਡੀਓਜ਼ ਪਾਈਆਂ ਉਹ ਕੁੜੀ ਨੂੰ ਕਵਰ ਕਰਨ ਦੇ ਲਈ। ਤੇ ਸ਼ਾਇਦ ਕਿਤੇ ਨਾ ਕਿਤੇ ਉਹਨੂੰ ਧਮਕੀਆਂ ਵੀ ਆਈਆਂ ਹੋਣੀਆਂ, ਕਿਉਂਕਿ ਹਾਲੇ ਤੱਕ ਉਹ ਗੱਲ ਸਾਹਮਣੇ ਨਹੀਂ ਆਈ। ਪਰ ਮੈਂ ਇੰਨਾ ਕੀ ਕਹਿਣਾ ਚਾਹਾਂਗੀ ਕਿ ਇੱਕ ਦੇਖੋ, ਇਹ ਇੱਕ ਬੰਦੇ ਨੂੰ ਕਵਰ ਕਰਨ ਲਈ ਦੇਖੋ ਕਿੰਨਿਆਂ ਨੂੰ ਲਾ ਦਿੰਦੇ ਨੇ, ਤੇ ਉਦੋਂ ਦੁੱਗਣਾ ਇਹ ਸਾਡੇ ਸਿੱਖਾਂ ਤੋਂ ਡਰਦੇ ਨੇ। ਸਾਡੇ ਜੇ ਇੱਥੇ 10 ਬੰਦੇ ਖੜੇ ਹੋ ਜਾਂਦੇ ਨੇ ਤੇ ਇਹ 100 ਦੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਲਾ ਦਿੰਦੇ ਨੇ। ਇੱਕ ਹੋਰ ਸਾਡੇ ਨਾਲ ਜੋ ਮੇਰਾ ਪਰਸਨਲ ਉਹ ਹੈ, ਮੈਂ ਦੱਸਣਾ ਚਾਹੂੰਗੀ ਕਿ ਜਦੋਂ ਸਾਡੇ ਨੇੜੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਹੋਈ, ਉਦੋਂ ਮੌਕੇ ਦੇ ਉੱਤੇ UAPA ਧਾਰਾ ਲਾ ਕੇ ਦੋਸ਼ੀ ਨੂੰ ਫੜ ਲਿਆ, ਠੀਕ ਹੈ, ਬਚਾ ਲਿਆ, ਸੰਗਤ ਤੋਂ ਬਚਾ ਲਿਆ ਕਿ ਉਹ ਟਾਈਮ ਤੇ ਸੌਦਾ ਨਾ ਲਾ ਦੇਵੇ, ਉਹਨੂੰ ਬਚਾ ਲਿਆ। ਔਰ ਉਹਦੀ ਗੱਡੀ ਦੇ ਵਿੱਚੋਂ ਡੇਰਾਬਾਦ ਵਾਲਿਆਂ ਦੀਆਂ ਫੋਟੋਆਂ ਨਿਕਲੀਆਂ ਸੀਗੀਆਂ, ਔਰ ਉਹਦੀ ਟ੍ਰਾਂਜੈਕਸ਼ਨਸ ਵੀ ਡੇਰਾਬਾਦ ਵਾਲਿਆਂ ਨਾਲ ਹੀ ਜੁੜੀਆਂ ਹੋਈਆਂ ਸੀ। ਪਰ ਫਿਰ ਉਦੋਂ ਬਾਅਦ ਥੋੜ੍ਹਾ ਜਿੰਨਾ ਟਾਈਮ ਵੀ ਉਹ ਜੇਲ੍ਹ ਦੇ ਵਿੱਚ ਰਿਹਾ, ਸਾਡੇ ਉੱਥੇ ਫੋਰਸ ਲੱਗੀ ਰਹੀ ਸਾਡੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ। ਹੁਣ ਉਹ ਤੁਸੀਂ ਦੇਖੋ, ਉਹ ਫੋਰਸ ਨੂੰ ਲਗਾਉਣ ਦੇ ਲਈ ਕਿੰਨਾ ਇਕਨੋਮੀ ਦੇ ਉੱਤੇ ਖਰਚਾ ਪਿਆ ਹੋਣਾ। ਮੈਨੂੰ ਸਮਝ ਨਹੀਂ ਆਉਂਦੀ ਵੀ ਇਹੋ ਜਿਹੇ ਬੰਦੇ ਨੂੰ ਬਚਾਉਣ ਲਈ ਇੰਨਾ ਖਰਚਾ ਕਿਉਂ ਕਰ ਰਹੀ ਹੈ ਸਰਕਾਰ। ਇਹੋ ਜਿਹਾ ਕੀ ਤੁਹਾਨੂੰ ਇਹਨਾਂ ਤੋਂ ਲਾਭ ਮਿਲਦਾ ਹੈ? ਫਿਰ ਉਦੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਂਦਾ, ਉਹ ਦੋਸ਼ੀਆਂ ਨੂੰ ਇਹੋ ਜਿਹਾ ਨੂੰ ਛੱਡ ਹੀ ਦਿੰਦੇ ਨੇ। ਉਹਨੂੰ ਵੀ ਛੱਡਤਾ ਤੇ ਬਿਨਾਂ ਪਬਲਿਕ ਨੂੰ ਇਨਫੋਰਮ ਕਰੇ, ਬਿਨਾਂ ਉਹਦਾ ਚਲਾਨ ਉੱਥੇ ਪੇਸ਼ ਕਰੇ ਅਦਾਲਤ ਦੇ ਵਿੱਚ, ਉਹਨੂੰ ਛੱਡ ਦਿੱਤਾ ਜਾਂਦਾ, ਉਹਦਾ ਕੇਸ ਰਫਾ ਦਫਾ ਕਰ ਦਿੱਤਾ ਜਾਂਦਾ। ਪਰ ਜਦੋਂ ਸੰਗਤ ਨੂੰ ਪਤਾ ਲੱਗਦਾ ਹੈ, ਮੈਨੂੰ ਨਹੀਂ ਪਤਾ ਕਿਉਂ ਨਹੀਂ ਕੋਈ ਉੱਠਿਆ ਹੈਗਾ, ਪਤਾ ਨਹੀਂ ਕੀ ਬਾਹਰੋਂ ਲੋਕ ਚੋਲੇ ਪਾ ਕੇ ਸਾਡਾ ਧਰਮ ਬਦਨਾਮ ਕਰਨ ਤੇ ਤੁਲੇ ਹੋਏ ਨੇ, ਕਿਉਂਕਿ ਵਿੱਚ ਕੁਝ ਇਹੋ ਜਿਹੇ ਸਾਡੇ ਵਿੱਚ ਵੀ ਹੈਗੇ ਨੇ। ਪਰ ਮੈਂ ਨਹੀਂ ਚੋਲਾ ਪਾਇਆ, ਪਰ ਫਿਰ ਵੀ ਮੈਂ ਆਪਣੇ ਧਰਮ ਦੇ ਲਈ ਇੰਨੀ ਕੁ ਹੈਗੀ ਹਾਂ ਕਿ ਮੈਂ ਜਾਨ ਦੇ ਸਕਦੀ ਹਾਂ। ਸੋ ਮੈਂ, ਮੇਰੀ ਮਦਰ, ਮੇਰਾ ਬ੍ਰਦਰ, ਮੇਰੇ ਮਾਮਾ ਜੀ ਦੇ ਬੇਟੇ ਤੇ ਇੱਕ ਸਾਡੇ ਨਾਲ ਗਵਾਂਢੀਆਂ ਦਾ ਮੁੰਡਾ ਹੋਰ ਜੁੜਿਆ। ਅਸੀਂ 3-4 ਜਿਹੜੇ ਬੰਦੇ ਸੀਗੇ, ਅਸੀਂ ਗਏ, ਅਸੀਂ ਧਰਨਾ ਲਾਇਆ, ਅਸੀਂ ਪ੍ਰਦਰਸ਼ਨ ਕੀਤਾ ਤੇ ਸਾਨੂੰ 4-5 ਨੂੰ ਕਵਰ ਕਰਨ ਦੇ ਲਈ ਉਹਨਾਂ ਨੇ ਪੂਰੇ ਜ਼ਿਲ੍ਹੇ ਦੀ ਫੋਰਸ ਮੰਗਾ ਲਈ, ਈਵਨ ਦੂਜੇ ਜ਼ਿਲ੍ਹੇ ਦੀ ਵੀ ਆ ਰਹੀ ਸੀ। ਤੇ ਉਦੋਂ ਬਾਅਦ ਇਹਨਾਂ ਨੇ ਇੱਕ ਪੱਤਰਕਾਰ ਭੇਜਿਆ, ਆਪਣਾ ਮਤਲਬ ਵੀ ਏਜੰਸੀ ਦਾ ਹੀ ਬੰਦਾ ਕਹਿ ਲਓ ਹੁਣ ਇੱਕ ਤਰ੍ਹਾਂ ਦਾ। ਉਹਨੇ ਕੀ ਕਿਹਾ, ਮੇਰੀ ਮੰਮੀ ਨੂੰ ਆ ਕੇ ਕਿਹਾ, ਕਹਿੰਦਾ ਵੀ ਤੁਸੀਂ ਰਹਿਣ ਦਿਓ, ਤੁਹਾਡੇ ਸਿਰ ਤੇ ਪਤੀ ਨਹੀਂ ਹੈਗਾ, ਵੀ ਤੁਹਾਨੂੰ ਪਿੱਛੋਂ ਤੁਸੀਂ ਆਪਣਾ ਫੈਮਿਲੀ ਬੈਕਗਰਾਊਂਡ ਦੇਖੋ, ਵੀ ਤੁਹਾਨੂੰ ਪਿੱਛੋਂ ਕੋਈ ਸਪੋਰਟ ਨਹੀਂ ਮਿਲਣੀ ਹੈਗੀ, ਤੁਹਾਡੀ ਬੇਟੀ ਵੀ ਛੋਟੀ ਹੈ, ਤੁਹਾਡਾ ਬੇਟਾ ਵੀ ਹਲੇ ਇੰਨਾ ਉਹ ਨਹੀਂ ਹੋਇਆ ਹੈਗਾ, ਕਾਬਿਲ ਨਹੀਂ ਹੋਇਆ ਆਪਣੇ ਪੈਰਾਂ 'ਤੇ ਖੜ੍ਹ ਜੇ ਜਾਂ ਇਹੋ ਜਿਹੇ ਕੇਸ ਸੰਭਾਲ ਲਵੇ, ਵੀ ਤੁਸੀਂ ਰਹਿਣ ਦਿਓ। ਪਰ ਮੈਂ ਕਹਿੰਦੀ ਹਾਂ ਕਿ ਠੀਕ ਹੈ, ਤੁਸੀਂ ਠੀਕ ਹੈ, ਤੁਸੀਂ ਮੇਰੀ ਮਦਰ ਨੂੰ ਦਬਾ ਸਕਦੇ ਹੋ ਵੀ ਤੇਰੇ ਸਿਰ 'ਤੇ ਕੋਈ ਨਹੀਂ ਹੈਗਾ, ਪਰ ਮੈਨੂੰ ਨਹੀਂ ਦਬਾ ਸਕਦੇ। ਮੇਰੇ ਸਿਰ 'ਤੇ ਮੇਰੀ ਮਾਂ ਬੈਠੀ ਆ। ਜੇ ਮੇਰੀ ਮਾਂ ਦੇ ਸਿਰ 'ਤੇ ਕੋਈ ਨਹੀਂ ਹੈਗਾ, ਪਰ ਮੈਂ ਅੱਗੇ ਆ ਕੇ ਲੜੂੰਗੀ, ਕਿਉਂਕਿ ਮੇਰੇ ਸਿਰ 'ਤੇ ਮੇਰੀ ਮਾਂ ਬੈਠੀ ਹੈ ਜਿਹੜੀ ਮੇਰਾ ਬਾਲ ਵਿੰਗਾ ਨਹੀਂ ਹੋਣ ਦਿੰਦੀ ਇਹੋ ਜਿਹੀਆਂ ਕੁੱਤਿਆਂ ਤੋਂ, ਜਿਹੜੇ ਕਿ ਨੋਚ ਕੇ ਖਾ ਜਾਂਦੇ ਨੇ। ਕੋਈ ਇਹਨਾਂ ਨੂੰ ਕੁੜੀ ਦਿਖਣੀ ਤਾਂ ਚਾਹੀਦੀ ਹੈ, ਉਹਨੂੰ ਨੋਚ ਕੇ ਖਾ ਜਾਂਦੇ ਨੇ, ਪਰ ਮੇਰੀ ਮਾਂ ਬੈਠੀ ਆ। ਤੇ ਅਸੀਂ ਆਪਾਂ ਪਿਓ ਮੰਨਦੇ ਹਾਂ। ਸਿੱਖ ਪੰਥਕ ਜਿਹੜੇ ਬੰਦੇ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਓ ਮੰਨਦੇ ਆ, ਤੇ ਪਿਓ ਦਾ ਕਤਲ ਹੋ ਜਾਵੇ ਸਾਹਮਣੇ ਆ ਕੇ ਕੌਣ ਜਰ ਜੂਗਾ। ਅਸੀਂ ਹੁਣ ਇਹ ਸੰਘਰਸ਼ ਹੋਰ ਵੱਡਾ ਕਰਾਂਗੇ, ਸਿਰਫ ਇੱਥੇ ਬਰਗਾੜੀ ਹੀ ਨਹੀਂ, ਜਿੱਥੇ ਵੀ ਇਹ ਸਾਡੇ ਸੰਤਾਂ ਦੀ ਬੇਅਦਬੀ ਕਰਨਗੇ, ਉਹਨਾਂ ਦੀ ਤਸਵੀਰਾਂ ਦੀ ਬੇਅਦਬੀ ਕਰਨਗੇ, ਉਹਨਾਂ ਦੇ ਨਾਮ ਦੀ ਬੇਅਦਬੀ ਕਰਨਗੇ ਨਾ, ਅਸੀਂ ਉੱਥੇ ਬਹੁਤ ਵੱਡੇ ਪੱਧਰ ਉੱਤੇ ਪ੍ਰਦਰਸ਼ਨ ਕਰਿਆ ਕਰਾਂਗੇ।
ਤੇ ਇਹ ਪ੍ਰਦਰਸ਼ਨ ਦਾ ਫਿਰ ਸਰਕਾਰ ਹੀ ਆਪਣਾ ਆਪ ਹੀ ਦੇਖ ਲਵੇ, ਜਿੱਦਾਂ ਇਹਨਾਂ ਨੇ ਸਾਡੇ ਨਾਲ ਕਰਨਾ ਤੇ ਅਸੀਂ ਆਪਣਾ ਦੁੱਗਣਾ ਇਹਨਾਂ ਨੂੰ ਜਵਾਬ ਦੇਵਾਂਗੇ, ਕਿਉਂਕਿ ਹੁਣ ਤੱਕ ਅਸੀਂ ਬਹੁਤ ਸਹਿ ਲਿਆ। ਸਹਿ ਕਿਵੇਂ ਲਿਆ ਜੀ? ਕੇਜਰੀਵਾਲ ਕਹਿੰਦਾ ਸੀਗਾ 24 ਘੰਟਿਆਂ ਦੇ ਵਿੱਚ ਇਨਸਾਫ ਕਰੂੰ, ਆਉਂਦੇ ਸਾਰ ਫਿਰ ਕਰਦਾ 24 ਘੰਟਿਆਂ ਦੇ ਵਿੱਚ। ਪਹਿਲਾਂ 24 ਘੰਟਿਆਂ ਤੋਂ 1 ਦਿਨ ਤੇ ਆ ਗਿਆ, ਫਿਰ 3 ਦਿਨ ਤੇ ਆ ਗਿਆ, ਫਿਰ 3 ਮਹੀਨਿਆਂ ਤੇ ਆ ਗਿਆ, ਹੁਣ ਅੱਜ ਫਿਰ 3 ਮਹੀਨੇ ਹੋਣ ਤੋਂ ਬਾਅਦ ਅੱਜ ਫਿਰ 15 ਦਿਨ ਦੇ ਇਹਨਾਂ ਨੇ ਟਾਈਮ ਮੰਗ ਲਿਆ। ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ, ਸਾਨੂੰ ਸਾਡਾ ਇਨਸਾਫ ਚਾਹੀਦਾ ਆ। ਇਹ ਬੱਚਿਆਂ ਦਾ ਦਰਦ ਹੈ, ਇਹ ਅੰਦਰ ਪਿਆਰ ਹੈ। ਇਹ ਕਦੋਂ ਦਰਦ ਜਾਗਿਆ ਸਿੱਖਾਂ ਪ੍ਰਤੀ, ਗੁਰੂ ਪ੍ਰਤੀ? ਜਦੋਂ ਇਹ ਇੱਕ ਸਾਰਾ ਪੰਜਾਬ ਜਿਹੜਾ ਆ ਉਹ ਸੜਕਾਂ ਤੇ ਉਤਰ ਪੈਂਦਾ ਆ, ਜਦੋਂ ਦਰਖਤਾਂ ਨੂੰ ਵੀ ਵੱਢ ਕੇ ਜਿਹੜਾ ਸੜਕਾਂ ਤੇ ਪਾਇਆ ਜਾਂਦਾ ਹੈ। ਨੌਜਵਾਨ ਆਪਾਂ ਕੁਰਬਾਨ ਕਰਨ ਵਾਸਤੇ ਹੋ ਜਾਂਦੇ ਨੇ ਤਿਆਰ ਵੀ ਅਸੀਂ ਵੀ ਆਪਾਂ ਵਾਰਨਾ ਹੀ ਆ ਗੁਰੂ ਤੋਂ, ਕਿਉਂਕਿ ਸਾਡੇ ਗੁਰੂ ਦੀ ਉਹਨਾਂ ਦੋਖੀਆਂ ਨੇ ਬੇਪਤੀ ਕੀਤੀ ਹੈ। ਅੰਗ ਜਿਹੜੇ ਆ ਉਹ ਬੁਰਜ ਜਵਾਹਰ ਸਿੰਘ ਵਾਲੇ ਤੋਂ ਸਵਰੂਪ ਚੋਰੀ ਕਰਕੇ ਤੇ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਜਿਹੜੇ ਆ ਉਹ ਅੰਗ ਖਿਲਾਰ ਦਿੱਤੇ ਗਏ ਆ। ਫਿਰ ਆਪਜਨਕ ਜਿਹੜੇ ਸ਼ਬਦ ਨੇ ਉਹ ਕੰਧਾਂ ਤੇ ਲਿਖ ਦਿੱਤੇ ਗਏ ਆ। ਇਹ ਸਾਡੀ ਧੀ ਹੈ, ਛੋਟੀ ਜੀ ਬੇਟੀ ਹੈ, ਮੇਰੇ ਹਿਸਾਬ ਨਾਲ ਉਮਰ ਵੀ ਇਹਨਾਂ ਦੀ ਕੋਈ 13-14 ਸਾਲ ਹੋਏਗੀ। ਬੇਟਾ ਕਿੰਨੀ ਉਮਰ ਹੈ? ਕਰੀਬ 20 ਸਾਲ ਹੈ, ਪਰ ਲੱਗ ਰਹੀ ਹੈ ਛੋਟੀ। ਪਰ 20 ਸਾਲ ਵੀ ਜਿਹੜੀ ਆ ਨਾਬਾਲਗ ਬੱਚਿਆਂ ਦੇ ਵਿੱਚ ਹੀ ਹੁੰਦੀ ਹੈ। ਬਿਲਕੁਲ ਛੋਟੇ ਜਿਹੇ ਬੱਚਿਆਂ ਨੂੰ ਗੱਲਾਂ ਤੁਸੀਂ ਇਹਦੀਆਂ ਸੁਣ ਲਈਆਂ ਨੇ। ਇਹ ਅੰਦਰ ਇੱਕ ਦਰਦ ਹੈ। ਸਿਆਣੇ ਕਹਿੰਦੇ ਨੇ ਵੀ ਜਿਹਦੇ ਅੰਦਰ ਗੁਰੂ ਪ੍ਰਤੀ ਪਿਆਰ ਹੋਵੇ, ਪੜ੍ਹਾਈ ਮਾਇਨੇ ਨਹੀਂ ਰੱਖਦੀ, ਪੜ੍ਹਾਈ ਪਾਸੇ ਕਰ ਦਿੱਤੀ ਜਾਵੇ। ਜਿਹਦੇ ਅੰਦਰ ਦਰਦ ਹੈ, ਜੋ ਅਸੀਂ ਗੁਰੂ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ ਨਾ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ ਵਾਲੀ ਗੱਲ, ਜੋ ਪ੍ਰਾਣੀ ਗੋਬਿੰਦ ਤੇ ਆਵੇ। ਇੱਕ ਗੱਲ ਕਹਿ ਦਵਾਂ ਜੀ, ਇਹੀ ਸਵਾਲ ਮੈਨੂੰ ਦਿੱਲੀ ਹੋ ਗਿਆ ਸੀ ਵੀ ਬੱਚੇ ਤੁਸੀਂ ਆਪਣੀ ਪੜ੍ਹਾਈ ਛੱਡ ਕੇ ਇੱਥੇ ਖੜੇ ਹੋ। ਅਸੀਂ ਕਿਹਾ ਵੀ ਅਸੀਂ ਨਾ ਸਾਨੂੰ ਪਤਾ ਲੱਗ ਗਿਆ ਵੀ ਇਹ ਸਾਡੇ ਨਸਲਾਂ ਦੀ ਲੜਾਈ ਆ, ਹੈ ਨਾ, ਵੀ ਇਦੋਂ ਬਾਅਦ ਇਹ ਜੇ ਫਸਲਾਂ 'ਤੇ ਆ ਗਏ ਫਿਰ ਨਸਲਾਂ 'ਤੇ ਆਉਣਗੇ, ਫਿਰ ਪੰਥ 'ਤੇ ਆਉਣਗੇ, ਵੀ ਸਾਨੂੰ ਪਤਾ ਇਹ ਕਿਸ ਚੀਜ਼ ਦੀ ਲੜਾਈ ਹੈ, ਇਸ ਲਈ ਅਸੀਂ ਇੱਥੇ ਖੜੇ ਹਾਂ। ਅਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਫਿਰ ਤੁਹਾਡੀ ਪੜ੍ਹਾਈ ਦਾ ਲਾਸ ਹੋ ਰਿਹਾ। ਮੈਂ ਕਿਹਾ ਪੜ੍ਹਾਈ ਦਾ ਲਾਸ ਨਹੀਂ ਹੋ ਰਿਹਾ। ਜਿਸ ਦਿਨ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅਤੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਪੜ੍ਹ ਲਈ, ਤਾਂ ਅਸੀਂ ਇੰਨੇ ਕੁ ਕਾਬਲ ਹੋ ਜਾਵਾਂਗੇ ਕਿ ਅਸੀਂ ਡਾਕਟਰ ਵੀ ਬਣ ਸਕਦੇ ਹਾਂ, ਇੰਨੀ ਉਸ ਦੇ ਵਿੱਚ ਨੌਲੇਜ ਹੈ। ਅਸੀਂ ਇੱਕ ਵਕੀਲ ਵੀ ਬਣ ਸਕਦੇ ਹਾਂ, ਇੰਨੀ ਉਸ ਦੇ ਵਿੱਚ ਨੌਲੇਜ ਹੈ। ਅਤੇ ਅਸੀਂ ਕਿੰਨੀਆਂ ਹੀ ਭਾਸ਼ਾਵਾਂ ਦਾ ਗਿਆਨ ਲੈ ਲਵਾਂਗੇ, ਕਿਉਂਕਿ ਉਹਦੇ ਵਿੱਚ ਬਹੁਤ ਸ਼ਬਦ ਇਹੋ ਜਿਹੇ ਨੇ ਕਿ ਜੋ ਅੰਗਰੇਜ਼ੀ ਵਾਲਿਆਂ ਦੇ ਤਾਂ ਕਾਬਲ ਹੈ ਹੀ ਨਹੀਂ। ਇਹ ਤਾਂ ਸਾਡੇ ਜੋੜ ਦੇ ਵਿੱਚ ਹੈ ਹੀ ਨਹੀਂ, ਇਹਨਾਂ ਦੀ ਆਪਣੀ ਉਹ ਪੂਰੀ ਲੈਂਗੁਏਜ ਨਹੀਂ ਹੈਗੀ, ਹੈ ਨਾ। ਅਤੇ ਆਪਾਂ ਅੱਜ ਵੀ ਉਹਨਾਂ ਦੇ ਵਰਡ ਯੂਜ਼ ਕਰਦੇ ਹਾਂ, ਆਮ ਬੋਲੀ ਦੇ ਵਿੱਚ ਯੂਜ਼ ਕਰਦੇ ਹਾਂ, ਪਰ ਇਹ ਫਿਰ ਵੀ ਆਪਣੇ ਤੋਂ ਬਹੁਤ ਨਿਚਲੇ ਲੈਵਲ 'ਤੇ ਮੈਂ ਇਹਨਾਂ ਨੂੰ ਸਮਝਦੀ ਹਾਂ। ਜਿਸ ਦਿਨ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਲਏ, ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹੀ ਦੁਨਿਆਵੀ ਪੜ੍ਹਾਈਆਂ ਦੀ ਜ਼ਰੂਰਤ ਪਊਗੀ। ਅਤੇ ਦੂਜੀ ਗੱਲ ਇਹ ਮੈਨੂੰ ਪਹਿਲਾਂ ਪਤਾ ਨਹੀਂ ਕਿਸੇ ਪੱਤਰਕਾਰ ਸਾਹਿਬ ਨੇ ਸਵਾਲ ਕੀਤਾ ਸੀ ਵੀ ਤੁਹਾਨੂੰ ਕੀ ਲੱਗਦਾ ਵੀ ਇਹ ਇਹੋ ਜਿਹੇ ਮਸਲਿਆਂ 'ਚ ਕਿਉਂ ਉਲਝਾਉਂਦੇ ਨੇ ਆਪਾਂ ਨੂੰ? ਇਹ ਤਾਂ ਕਰਕੇ ਉਲਝਾਉਂਦੇ ਨੇ ਜੀ ਵੀ ਇਹ ਸਿੱਖ ਇੱਧਰ ਹੀ ਉਲਝੇ ਰਹਿਣ ਅਤੇ ਬਾਅਦ 'ਚ ਆਪਣੇ ਆਜ਼ਾਦੀ ਦੀ ਮੰਗ ਨਾ ਕਰ ਲੈਣ, ਠੀਕ ਹੈ, ਖਾਲਸੇ ਰਾਜ ਦੀ ਮੰਗ ਨਾ ਕਰ ਲੈਣ, ਕਿਉਂਕਿ ਇਹਨਾਂ ਨੂੰ ਪਤਾ ਵੀ ਖਾਲਸਾ ਰਾਜ ਉਹ ਦੇਖੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਕਹਿ ਕੇ ਗਏ ਹੋਏ ਨੇ। ਅਸੀਂ ਅਰਦਾਸ ਦੇ ਵਿੱਚ ਵੀ ਰੋਜ਼ ਪੜ੍ਹਦੇ ਹਾਂ ਅਤੇ ਅਸੀਂ ਮੰਨਦੇ ਹਾਂ, ਅਸੀਂ ਆਪਣੇ ਗੁਰੂ ਦੇ ਇੱਕ ਇੱਕ ਬੋਲ ਦੇ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ, ਪਹਿਰਾ ਦੇਣ ਲਈ ਤੁਰੇ ਹੋਏ ਹਾਂ ਵੀ ਖਾਲਸਾ ਰਾਜ ਆਊਗਾ ਹੀ ਆਊਗਾ, ਜਿੰਨਾ ਮਰਜ਼ੀ ਇਹ ਜ਼ੋਰ ਲਾ ਲੈਣ। ਇਹਨਾਂ ਨੂੰ ਲੱਗਦਾ ਵੀ ਅਸੀਂ ਇਹੋ ਜਿਹੇ ਮਸਲਿਆਂ 'ਚ ਉਲਝਾ ਦਈਏ ਇਹਨਾਂ ਨੂੰ, ਫਿਰ ਇਹ ਖਾਲਸਾ ਰਾਜ ਨਹੀਂ ਮੰਗਣਗੇ, ਪਰ ਨਹੀਂ, ਅਸੀਂ ਮੰਗਾਂਗੇ। ਨਾਲੇ ਦੂਜੀ ਗੱਲ, ਇਹਨਾਂ ਦੇ ਮੂੰਹ ਉੱਤੇ ਤਾਂ ਹਲੇ ਵੀ ਚਪੇੜ ਵੱਜ ਰਹੀ ਹੈ। ਚੀਨ ਦੇ ਵਿੱਚ ਸਾਡਾ ਖਾਲਸੇ ਦਾ ਝੰਡਾ ਲਹਿਰਾ ਰਿਹਾ ਹੈ, ਉੱਥੇ ਜ਼ਮੀਨ ਖਾਲਸੇ ਦੇ ਨਾਮ ਦੇ ਉੱਤੇ ਪਈ ਹੈ। ਜਦੋਂ ਚੀਨ ਦੀ ਗਵਰਨਮੈਂਟ ਨੇ ਕਿਹਾ, ਇੱਧਰੋਂ ਇੰਡੀਆ ਦੀ ਗਵਰਨਮੈਂਟ ਗਈ ਹੈ ਵੀ ਸਾਨੂੰ ਸਾਡੀ ਜ਼ਮੀਨ ਦੇ ਦਿਓ ਜੀ, ਇਹ ਸਾਡੀ ਆ, ਅਗਲੇ ਨੇ ਮੂੰਹ 'ਤੇ ਚਪੇੜ ਮਾਰ ਕੇ ਤੋਰਿਆ ਵੀ ਭਾਈ ਖਾਲਸਾ ਰਾਜ ਲੈ ਕੇ ਆਓ, ਖਾਲਸੇ ਰਾਜ ਦੀ ਜ਼ਮੀਨ ਆ, ਉਹਨਾਂ ਦੇ ਨਾਮ 'ਤੇ ਅੱਜ ਇਹ, ਠੀਕ ਹੈ। ਸੋ ਉਹ ਵੀ ਸਾਡੀ ਇਹ ਨਿਸ਼ਾਨੀਆਂ ਨੇ ਜੋ ਇਹਨਾਂ ਦੇ ਅੱਜ ਵੀ ਮੂੰਹ 'ਤੇ ਚਪੇੜਾਂ ਰੋਜ਼ ਉੱਠਦੇ ਬਹਿੰਦਿਆਂ ਨੇ ਮਾਰਦੀਆਂ ਨੇ, ਕਿਉਂਕਿ ਸਾਡਾ ਇਤਿਹਾਸ ਆ, ਮਿਥਿਹਾਸ ਨਹੀਂ ਹੈਗਾ। ਸਾਡੀਆਂ ਨਿਸ਼ਾਨੀਆਂ, ਸਾਡੀਆਂ ਤਰੀਕਾਂ, ਕਦੋਂ ਸਾਡਾ ਖਾਲਸਾ ਰਾਜ ਬਣਿਆ, ਸਭ ਕੁਝ ਸਾਡੇ ਗੁਰੂਆਂ ਦੇ ਜਨਮ ਮਰਨ ਦੀਆਂ ਤਰੀਕਾਂ, ਸ਼ਹੀਦੀ ਦੀਆਂ ਤਰੀਕਾਂ, ਉਹਨਾਂ ਦੇ ਜੋਤੀ ਜੋਤ ਸਮਾਨ ਦੀਆਂ, ਹੈ ਨਾ, ਸਭ ਕੁਝ ਪਿਆ, ਸਾਡਾ ਇਤਿਹਾਸ ਆ। ਸੋ ਇਹਨਾਂ ਨੂੰ ਲੱਗਦਾ ਵੀ ਇਹ ਸਾਨੂੰ ਉਲਝਾ ਲੈਣਗੇ, ਸਾਨੂੰ ਖਾਲਸੇ ਦੀ ਮੰਗ ਕਰਨ ਤੋਂ ਉਹ ਕਰ ਦੇਣਗੇ, ਪਰ ਨਹੀਂ, ਐਵੇਂ ਨਹੀਂ ਹੋ ਸਕਦਾ। ਬਿਲਕੁਲ ਬੇਟੀ, ਬਹੁਤ ਬਹੁਤ ਧੰਨਵਾਦ। ਇਹ ਉਸ ਧਰਤੀ ਦੀ ਧੀ ਜਾਈ ਹੈ। ਦਰਸ਼ਕੋ, ਮੈਂ ਦੱਸ ਦਿਆਂ, ਜਿਸ ਧਰਤੀ ਦੇ ਉੱਪਰ ਫਤਿਹ ਪਾਈ ਹੈ ਸਾਹਿਬਜ਼ਾਦਿਆਂ ਨੇ, ਫਤਿਹ ਪਾਈ ਸਰਹਿੰਦ ਦੀ ਧਰਤੀ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ, ਇਹ ਧੀ ਹੈ ਸਾਡੀ। ਅਤੇ ਉਹ ਸਾਡੇ ਸਤਿਕਾਰਯੋਗ ਮਾਤਾ ਜੀ ਨੇ, ਸਾਡੇ ਭੈਣ ਜੀ ਨੇ, ਭੈਣ ਗੁਰਜੀਤ ਕੌਰ ਜੀ, ਇਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ। ਅਤੇ ਅੰਦਰ ਦੀਆਂ ਵਿਚਾਰਾਂ ਦੇਖੋ, ਨਾ ਹੀ ਤਾਂ ਬੇਟੀ ਦਾ ਜੀ ਕਰ ਰਿਹਾ, ਕਿਉਂਕਿ ਅੰਦਰ ਜਿਹੜੀ ਆ ਉਹ ਪੰਜਾਬ ਪ੍ਰਤੀ ਖਿੱਚ ਹੈ, ਨਵੇਂ ਤੋਂ ਨਵੀਂ ਗੱਲ ਜਿਹੜੀ ਨਿਕਲ ਰਹੀ ਹੈ, ਪਰ ਸਮੇਂ ਦੀਆਂ ਘੜੀਆਂ ਸਾਨੂੰ ਰੋਕਦੀਆਂ ਨੇ। ਨੌਜਵਾਨੋ, ਮੈਂ ਤੁਹਾਨੂੰ ਅਪੀਲ ਕਰਦਾ, ਜਿਸ ਤਰੀਕੇ ਦੇ ਨਾਲ ਸਾਨੂੰ ਲੁੱਟਿਆ ਜਾ ਰਿਹਾ ਹੈ, ਪੁੱਟਿਆ ਜਾ ਰਿਹਾ ਹੈ, ਸਾਡੀ ਬਰਬਾਦੀ 'ਤੇ
ਜਿਸ ਤਰੀਕੇ ਦੇ ਨਾਲ ਬਰਬਾਦੀ ਕਰਨ ਵਾਸਤੇ ਉਹਨਾਂ ਏਜੰਸੀਆਂ ਦੀ ਅੱਖ ਹੈ ਔਰ ਉਹਨਾਂ ਸਰਕਾਰਾਂ ਦੀ ਅੱਖ ਹੈ ਵੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਖਤਮ ਕਰ ਦਿਓ। ਪਹਿਲਾਂ ਫਸਲਾਂ ਤੋਂ ਸ਼ੁਰੂਆਤ ਕਰਕੇ ਨਸਲਾਂ ਤੇ ਜਿਵੇਂ ਬੇਟੀ ਨੇ ਗੱਲ ਕੀਤੀ ਸੀ, ਦੋਨਾਂ ਨੂੰ ਇਕੱਠਿਆਂ ਨੂੰ ਹੀ ਬਰਬਾਦ ਕਰਨ ਵਾਸਤੇ ਇਹ ਤੁਰੀਆਂ ਹੋਈਆਂ ਨੇ। ਪਰ ਸਾਨੂੰ ਸੁਹਿਰਦਤਾ ਦੇ ਨਾਲ ਪੰਜਾਬ ਦੇ ਅਹਿਮ ਮਸਲਿਆਂ ਨੂੰ ਲੈ ਕੇ ਚੱਲਣ ਦੀ ਲੋੜ ਹੈ ਤੇ ਆਪਣੇ ਸਿਰ ਦੀ ਆਪਣੇ ਦਿਮਾਗ ਦੀ ਵਰਤੋਂ ਕਰਨ ਦੀ ਅੱਜ ਬਹੁਤ ਲੋੜ ਹੈ। ਅਸੀਂ ਜਜ਼ਬਾਤੀ ਹੋ ਕੇ ਕੁਝ ਫੈਸਲੇ ਲੈਂਦੇ ਹਾਂ, ਪਰ ਵਿਵੇਕਤਾ ਦੇ ਨਾਲ ਔਰ ਸਹਿਜਤਾ ਦੇ ਨਾਲ ਅਸੀਂ ਇਹ ਫੈਸਲੇ ਲਿਆ ਕਰੀਏ, ਕਾਹਲਾਪਨ ਨਾ ਕਰਿਆ ਕਰੀਏ ਤੇ ਆਪਣੇ ਘਰਾਂ ਦੇ ਵਿੱਚ ਬੈਠੇ ਹੀ ਅਸੀਂ ਆਪਣਾ ਰੋਲ ਅਦਾ ਕਰ ਸਕਦੇ ਹਾਂ। ਸਾਨੂੰ ਅਦਾਰਾ ਮੀਡੀਆ ਦਾ, ਸੋਸ਼ਲ ਮੀਡੀਆ ਦਾ ਸਾਨੂੰ ਮਿਲਿਆ ਹੋਇਆ ਕੁਦਰਤ ਵੱਲੋਂ। ਆਪੋ ਆਪਣੀ ਆਵਾਜ਼ ਨੂੰ ਘਰਾਂ ਦੇ ਵਿੱਚੋਂ ਹੀ ਬੁਲੰਦ ਕਰੋ, ਭਾਵੇਂ ਉਹ ਜਿਸ ਤਰੀਕੇ ਦੇ ਨਾਲ ਪੋਲਿਊਸ਼ਨ ਫੈਲ ਰਿਹਾ ਹੈ, ਹਵਾ ਦੀ ਗੱਲ ਹੋਵੇ, ਸ਼ੁੱਧਤਾ ਦੀ ਗੱਲ ਹੋਵੇ, ਭਾਵੇਂ ਪਾਣੀਆਂ ਦੇ ਮਸਲੇ ਦੀ ਗੱਲ ਹੋਵੇ, ਭਾਵੇਂ ਚੰਡੀਗੜ੍ਹ ਮਸਲੇ ਦੀ ਗੱਲ ਹੋਵੇ, ਭਾਵੇਂ ਬੇਅਦਬੀਆਂ ਦੇ ਮਸਲੇ ਦੀ ਗੱਲ ਹੋਵੇ, ਭਾਵੇਂ ਨੌਜਵਾਨੀ ਦੀ ਗੱਲ ਹੋਵੇ, ਭਾਵੇਂ ਨਸ਼ਿਆਂ ਦੀ, ਮੁੱਦੇ ਤਾਂ ਜੇ ਗਿਣੀ ਜਾਈਏ ਤੇ ਸ਼ਾਮਾਂ ਪੈ ਜਾਣਗੀਆਂ, ਇੰਨੇ ਜ਼ਿਆਦੇ ਆ। ਪਰ ਸਾਡੀ ਕੌਮ ਜਿੰਨੀ ਕੁ ਹੈ ਇਹ ਸਾਰੇ ਮੁੱਦਿਆਂ ਦੇ ਨਾਲ ਦਿਨ ਰਾਤ ਕਰਕੇ ਨਜਿੱਠਣ ਵਾਸਤੇ ਲੱਗੀ ਹੋਈ ਹੈ ਤੇ ਗੁਰੂ ਕਿਰਪਾ ਕਰੇਗਾ, ਇੱਕ ਦਿਨ ਐਸਾ ਆਏਗਾ ਜਿੱਦਣ ਅਸੀਂ ਸਾਰੇ ਮੁੱਦਿਆਂ ਦੇ ਉੱਪਰ ਫਤਿਹ ਪਾ ਲਵਾਂਗੇ। ਤੁਹਾਡੇ ਕੀ ਵਿਚਾਰ ਨੇ? ਆਪੋ ਆਪਣੇ ਵਿਚਾਰ ਜਿਹੜੇ ਆ ਵੀਡੀਓ ਦੇ ਥੱਲੇ ਜ਼ਰੂਰ ਮੈਂਸ਼ਨ ਕਰਿਆ ਜੇ, ਅਸੀਂ ਉਹਨਾਂ ਨੂੰ ਦੁਬਾਰਾ ਤੋਂ ਫਿਰ ਘੋਕ ਕੇ ਦੁਬਾਰਾ ਤੋਂ ਵਿਚਾਰ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।